ਸਵਾਗਤ ਕਰਦੇ ਹਾਂ ਜੀ ਤੁਹਾਡਾ ਮਹਿਰਾਮਤ 2.0 ਤੇ। ਸੋ ਪੀਐਸਟੈਟ 2023 ਦੇ ਲਈ ਹਿਸਟਰੀ ਦੀ ਕਲਾਸ ਦਾ ਅੱਜ ਪਹਿਲਾ ਦਿਨ ਹੈ। ਸ਼ੁਰੂ ਕਰਨ ਜਾ ਰਹੇ ਹਾਂ ਹਿਸਟਰੀ ਨੂੰ। ਸੋ ਇਹ ਕਲਾਸਿਸ ਜਿਹੜੀਆਂ ਹੋਣਗੀਆਂ ਉਹ ਪੀਐਸਸੀਬੀ ਅਤੇ ਐਨਸੀਈਆਰਟੀ ਬੁੱਕਸ ਨੇ ਜਿਹੜੀਆਂ ਉਹਨਾਂ 'ਤੇ ਆਧਾਰਿਤ ਹੋਣਗੀਆਂ, ਉਹਨਾਂ ਦੇ ਕੰਟੈਂਟ ਦੇ ਆਧਾਰਿਤ ਹੋਣਗੀਆਂ। ਅਤੇ ਸਾਡਾ ਸਿਲੇਬਸ ਹੈ ਜੋ ਪੀਐਸਟੈਟ 2023 ਦਾ, ਉਸ ਦੇ ਲਈ ਤਿਆਰੀ ਲਈ ਇਹ ਤੋਂ ਵੱਧ ਮਕਬੂਲ ਕਿਤਾਬਾਂ ਕੋਈ ਹੋ ਨਹੀਂ ਸਕਦੀਆਂ। ਠੀਕ ਹੈ, ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਦੇਖਣਾ, ਜੇ ਚੰਗੀ ਲੱਗੇ ਤਾਂ ਲਾਈਕ ਕਰਨਾ। ਠੀਕ ਹੈ, ਪੰਜਾਬੀ ਦੇ ਵਿੱਚ ਇਹ ਸਾਰੀ ਕਲਾਸ ਹੋਊਗੀ ਅਤੇ ਤੁਹਾਨੂੰ ਜਿਹੜਾ ਹੈਗਾ ਗਾ ਕੋਈ ਚੀਜ਼ ਕਨੀਓ ਕੋਈ ਕਮੀ ਨਹੀਂ ਛੱਡੀ ਜਾਊਗੀ। ਠੀਕ ਹੈ, ਤਾਂ ਜੇਕਰ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨਾਲ 'ਤੇ ਕਲਿੱਕ ਕਰ ਲਿਓ। ਜ਼ਿਆਦਾ ਟਾਈਮ ਨਹੀਂ ਲੈਂਦਾ। ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਸਾਡੇ ਸਿਲੇਬਸ ਦੇ ਵਿੱਚ ਕੀ ਹੈ। ਮੈਂ SST ਦੀ ਕਲਾਸ ਦੀ ਗੱਲ ਕਰ ਰਿਹਾ, ਤਾਂ SST ਇਹ ਜਿਹੜੀ ਹੋਊਗੀ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਜਿਹੜੀ SST ਦੀ ਮੈਂ ਤਿਆਰੀ ਕਰਵਾਊਂਗਾ। ਤਾਂ ਕੀ ਕੁਝ ਆਪਾਂ ਪੜ੍ਹਾਂਗੇ ਪਹਿਲਾਂ ਉਹ ਦੇਖ ਲੈਂਦੇ ਹਾਂ। ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਹਿਸਟਰੀ ਦੀ, ਤਾਂ ਵੈਨ, ਵੇਅਰ ਐਂਡ ਹਾਊ, ਇਹ ਲੈਸਨ ਜਿਹੜੇ ਹੈਗੇ ਨੇ NCERT ਬੇਸਿਸ ਨੇ। ਵੈਨ, ਵੇਅਰ ਐਂਡ ਹਾਊ ਦਾ ਜਿਹੜਾ ਲੈਸਨ ਹੈਗਾ 6ਵੀਂ ਤੋਂ ਲੈ ਕੇ 8ਵੀਂ ਤੱਕ NCERT ਦੇ ਵਿੱਚ ਚੱਲਦਾ ਹੈਗਾ। ਪੰਜਾਬ ਬੋਰਡ ਦੇ ਵਿੱਚ ਇਹਨਾਂ ਦੇ ਹੋਰ ਨਾਮ ਦਿੱਤੇ ਹੋਏ ਨੇ, ਉਹ ਆਪਾਂ ਇਸ ਕਰਾਂਗੇ। ਅਰਲੀਐਸਟ ਸੁਸਾਇਟੀਜ਼, ਫਸਟ ਫਾਰਮਰਜ਼ ਐਂਡ ਹਰਡਰਜ਼, ਫਸਟ ਸਿਟੀਜ਼, ਅਰਲੀ ਸਟੇਟਸ, ਨਿਊ ਆਈਡੀਆਜ਼, ਫਸਟ ਅੰਪਾਇਰਸ, ਕੰਟੈਕਟ ਵਿਦ ਡਿਸਟੈਂਟ ਲੈਂਡਸ, ਪੋਲੀਟੀਕਲ ਡਿਵੈਲਪਮੈਂਟ, ਇਹ ਸਾਰੇ ਜਿਹੜੇ ਲੈਸਨ ਨੇਗੇ ਇਹ NCERT ਬੇਸਿਸ ਨੇ। ਠੀਕ ਹੈ, NCERT 'ਚ ਆਉਂਦੇ ਹੁੰਦੇ ਨੇ। ਕਲਚਰ ਐਂਡ ਸਾਇੰਸ ਹੋ ਗਿਆ, ਨਿਊ ਕਿੰਗਸ ਐਂਡ ਕਿੰਗਡਮਸ ਹੋ ਗਿਆ, ਸੁਲਤਨਟਸ ਐਂਡ ਸੁਲਤਾਨਸ ਆਫ ਦਿੱਲੀ ਹੋ ਗਿਆ, ਆਰਕੀਟੈਕਚਰ, ਕ੍ਰੀਏਸ਼ਨ ਆਫ ਐਨ ਅੰਪਾਇਰ ਐਂਡ ਸੋਸ਼ਲ ਚੇਂਜ। ਇਹ ਸਾਰੇ ਲੈਸਨ ਜਿਹੜੇ ਹੈਗੇ ਨੇਗੇ ਟੋਟਲੀ ਤੁਸੀਂ ਸਕਰੀਨਸ਼ਾਟ ਲੈ ਲੈਣਾ। ਇਹ ਸਿਲੇਬਸ ਹੈ। ਜਦੋਂ ਤੁਸੀਂ ਨੋਟਸ ਬਣਾਉਣ ਬੈਠੋਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਨੋਟਸ, ਜਿਹੜੇ ਸਿਲੇਬਸ ਹੈ ਤੁਹਾਡਾ ਉਹਨਾਂ ਨੋਟਸਾਂ ਦੇ ਅੱਗੇ ਹੋਵੇ। ਠੀਕ ਹੈ, ਕਿਉਂਕਿ ਤੁਹਾਡੇ ਕੋਲੇ 24 ਦਿਨ ਨੇ, ਲੰਬੀ ਕਲਾਸ ਹੋਊਗੀ, ਤਾਂ ਪਲੀਜ਼ ਇਸ ਨੂੰ ਸੀਰੀਅਸ ਲੈਣਾ। ਠੀਕ ਹੈ, ਸਿਲੇਬਸ ਨੂੰ ਆਪਣੇ ਨੋਟਸਾਂ ਦੇ ਅੱਗੇ ਲਾ ਕੇ ਰੱਖਣਾ ਗਾ ਤੁਸੀਂ ਨੇ। ਤਾਂ ਇਹ ਲੈਸਨ ਸ਼ੁਰੂਆਤ ਕਰ ਰਹੇ ਹਾਂ। ਅੱਜ ਹਿਸਟਰੀ ਦੀ ਇਹ ਲੈਸਨ ਹੈ। ਹਿਸਟਰੀ ਦਾ ਹੀ ਮੈਂ ਸਿਲੇਬਸ ਦਿਖਾਤਾ, ਇਸ ਨੂੰ ਲਿਖ ਲੈਣਾ, ਭਾਵੇਂ ਇਸ ਨੂੰ ਚਿਪਕਾ ਲੈਣਾ ਪ੍ਰਿੰਟ ਆਊਟ ਕਢਵਾ ਕੇ ਇਸ ਦਾ। ਠੀਕ ਹੈ, ਤਾਂ ਪਹਿਲਾ ਲੈਸਨ ਮੈਂ ਪੰਜਾਬ ਹਿਸਟਰੀ ਦਾ PSCB ਤੋਂ ਸ਼ੁਰੂ ਕਰਨ ਜਾ ਰਿਹਾ ਗਾ। NCERT ਵੀ ਪੜ੍ਹਾਂਗੇ। ਠੀਕ ਹੈ, ਪਰ ਇਹ ਹੈਗਾ ਕਿਉਂਕਿ ਪੰਜਾਬ ਬੋਰਡ ਬਹੁਤ ਸਾਰੀਆਂ ਗੱਲਾਂ ਕਵਰ ਕਰ ਦਿੰਦਾ NCERT ਦੀਆਂ, ਜਿਹੜੀਆਂ ਤੁਸੀਂ ਅਦਰ YouTube ਚੈਨਲ ਤੋਂ ਸੁਣਦੇ ਹੋਗੇ, ਉਹ ਪੰਜਾਬ ਬੋਰਡ ਨੇ ਬੜੇ ਸੌਖੇ ਢੰਗ ਨਾਲ ਪੇਸ਼ ਕੀਤੀਆਂ ਹੋਈਆਂ ਨੇ ਕਿਤਾਬਾਂ ਦੇ ਵਿੱਚ। ਸ਼ਾਇਦ ਹੀ ਕੋਈ ਬੋਰਡ ਇੰਨਾ ਸੌਖੇ ਢੰਗ ਨਾਲ ਪੇਸ਼ ਕਰ ਸਕਿਆ ਹੋਵੇ ਅੱਜ ਤੱਕ, ਕਿਉਂਕਿ ਸਾਡੇ ਬੋਰਡ ਦੇ ਜਿਹੜੇ ਮਿਹਨਤੀ ਜਿਹੜੇ ਹੈਗੇ ਨੇਗੇ ਉੱਥੇ ਸਟਾਫ ਮੈਂਬਰਸ ਨੇ ਜਾਂ ਸਕੂਲ ਅਧਿਆਪਕ ਨੇਗੇ, ਉਹਨਾਂ ਦੁਆਰਾ ਉਹ ਕੰਟੈਂਟ ਤਿਆਰ ਕੀਤਾ ਜਾਂਦਾ ਹੁੰਦਾ ਗਾ। ਠੀਕ ਹੈ, ਬੜੇ ਸੌਖੇ ਢੰਗ ਨਾਲ ਦਿੱਤਾ ਹੋਇਆ। ਚਲੋ ਸ਼ੁਰੂਆਤ ਕਰਦੇ ਹਾਂ ਆਪਾਂ। ਹਾਂਜੀ, ਇਹ ਹੈ ਪ੍ਰਾਚੀਨ ਇਤਿਹਾਸ ਅਧਿਐਨ ਅਤੇ ਸਰੋਤ, ਜਿਹਨੂੰ ਤੁਸੀਂ ਵੈਨ, ਵੇਅਰ ਐਂਡ ਹਾਊ ਪੜ੍ਹਿਆ ਗਾ ਕਿ ਕਦੋਂ, ਕਿਵੇਂ ਅਤੇ ਕਿੱਥੇ। ਠੀਕ ਹੈ, ਹਿਸਟਰੀ ਸ਼ੁਰੂ ਕਿਉਂ ਹੋਈ, ਹਿਸਟਰੀ ਪੜ੍ਹਨ ਦੀ ਲੋੜ ਕਿਉਂ ਪਈ। ਠੀਕ ਹੈ, ਕੀ ਹੈ ਹਿਸਟਰੀ। ਇਹ 3-4 ਸਵਾਲ ਹੁੰਦੇ ਨੇ ਜਦੋਂ ਅਸੀਂ ਹਿਸਟਰੀ ਦਾ ਅਧਿਐਨ ਕਰਨ ਲੱਗਦੇ ਹਾਂ। ਅਕਸਰ ਇਹ ਕਿਹਾ ਜਾਂਦਾ ਕਿ ਹਿਸਟਰੀ ਬੋਰਿੰਗ ਸਬਜੈਕਟ ਹੈ, ਤਾਂ ਇਸ ਦਾ ਜਵਾਬ ਸਾਨੂੰ ਇਸ ਲੈਸਨ ਤੋਂ ਮਿਲ ਜੂਗਾ। ਠੀਕ ਹੈ, ਕੀ ਹੈ ਇਤਿਹਾਸ, ਕਿਉਂ ਜ਼ਰੂਰੀ ਹੈਗਾ ਇਹ। ਤਾਂ ਪੰਜਾਬ ਬੋਰਡ ਦੇ ਵਿੱਚ ਇਹ ਲਿਖਿਆ ਗਿਆ ਹੈਗਾ। ਠੀਕ ਹੈ, ਪੰਜਾਬ ਬੋਰਡ ਦੀ ਕਿਤਾਬ ਇਹ 7ਵੀਂ ਕਲਾਸ ਦੀ ਕਿਤਾਬ ਹੈਗੀ। ਮੈਂ ਨਾਮ ਵੀ ਦੱਸ ਦਿੰਦਾ, ਜਿਹੜੇ ਆਪ ਪੜ੍ਹਨਗੇ ਉਹ ਵੀ ਦੱਸਣਾ। ਮੈਂ ਸਿਰਫ ਇੰਪੋਰਟੈਂਟ ਗੱਲਾਂ ਆਪਾਂ, ਕਿਉਂਕਿ 2 ਕਿਤਾਬਾਂ ਨੂੰ ਕੰਪੈਰੀਜ਼ਨ ਕਰਕੇ ਚੱਲਾਂਗੇ। ਠੀਕ ਹੈ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜੂਗਾ। ਤਾਂ ਸਭ ਤੋਂ ਪਹਿਲਾਂ ਇਤਿਹਾਸ ਕੀ ਹੈ। ਇਹ ਇਤਿਹਾਸ ਹੈ ਜੋ ਸਾਡੇ ਅਤੀਤ ਦਾ ਅਧਿਐਨ ਹੈ। ਇਹ ਸਾਨੂੰ ਦੱਸਦਾ ਹੈ ਕਿ ਸ਼ੁਰੂ ਵਿੱਚ ਮਨੁੱਖ ਕਿਵੇਂ ਰਹਿੰਦਾ ਸੀ, ਕਿਵੇਂ ਸਮੇਂ ਦੇ ਨਾਲ ਸੱਭਿਅਤਾਵਾਂ ਦਾ ਵਿਕਾਸ ਹੋਇਆ। ਪਰ ਸ਼ਾਇਦ ਤੁਸੀਂ ਇਹ ਜਾਣਨਾ ਚਾਹੋਗੇ ਕਿ ਜੋ ਬੀਤ ਚੁੱਕਿਆ ਹੈ ਉਸ ਦਾ ਅਧਿਐਨ ਕਿਉਂ ਕੀਤਾ ਜਾਵੇ। ਸ਼ਾਇਦ ਤੁਸੀਂ ਇਹ ਵੀ ਸੋਚੋਗੇ ਕਿ ਫਜ਼ੂਲ ਅਤੇ ਨਿਰਾਰਥਕ ਹੈ, ਪਰੰਤੂ ਅਜਿਹਾ ਨਹੀਂ ਹੈ। ਇਹ ਠੀਕ ਕਿਹਾ ਗਿਆ ਹੈ ਕਿ ਇਤਿਹਾਸ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਹੈ। ਠੀਕ ਹੈ, ਤਾਂ ਇਤਿਹਾਸ ਕੀ ਹੈ, ਚੰਗੇ ਭਵਿੱਖ ਲਈ। ਜੇ ਤੁਸੀਂ ਇੱਕ ਚੰਗਾ ਭਵਿੱਖ ਚਾਹੁੰਦੇ ਹੋ ਤਾਂ ਉਹਦੇ ਲਈ ਸਾਨੂੰ ਇਤਿਹਾਸ ਦਾ ਅਧਿਐਨ ਕਰਨਾ ਪਊਗਾ। ਜੇਕਰ ਅਸੀਂ ਭਵਿੱਖ ਵਿੱਚ ਇੱਕ ਮਜ਼ਬੂਤ ਅਤੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਅਤੇ ਅੱਗੇ ਵਧਣਾ ਚਾਹੁੰਦੇ ਹਾਂ, ਤਾਂ ਸਾਨੂੰ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਅਸੀਂ ਵਰਤਮਾਨ ਸਥਿਤੀ ਤੱਕ ਕਿਵੇਂ ਪੁੱਜੇ। ਠੀਕ ਹੈ ਜੀ, ਤਾਂ ਇਸ ਨੂੰ ਤੁਸੀਂ ਨੋਟ ਡਾਊਨ ਕਰ ਲੈਣਾ ਕਿ ਇਤਿਹਾਸ ਤਾਂ ਜ਼ਰੂਰੀ ਹੈ, ਅਸੀਂ ਆਪਣਾ ਚੰਗਾ ਭਵਿੱਖ ਬਣਾਉਣਾ ਤਾਂ ਕਿ ਅਸੀਂ ਆਪਣੀਆਂ ਜਿਹੜੀਆਂ ਫਿਊਚਰ ਦੇ ਵਿੱਚ ਗਲਤੀਆਂ ਨੇ ਉਹ ਜਿਹੜੀਆਂ ਪਾਸਟ ਦੇ ਵਿੱਚ ਗਲਤੀਆਂ ਕੀਤੀਆਂ ਨੇਗੀਆਂ ਉਹ ਸੁਧਾਰ ਸਕੀਏ। ਠੀਕ ਹੈ,
ਇੰਪਰੂਵਮੈਂਟ ਹੋ ਸਕੇ, ਇੰਪਰੂਵ ਕਰ ਸਕੀਏ ਉਹਨਾਂ ਨੂੰ। ਤਾਂ ਇਸ ਤੋਂ ਇਲਾਵਾ ਜਿਹੜਾ ਹੈ ਇਤਿਹਾਸ ਅਤੀਤ ਦੀਆਂ ਘਟਨਾਵਾਂ ਦਾ ਲਿਖਤੀ ਵੇਰਵਾ ਹੈ, ਇਹ ਵੀ ਤੁਸੀਂ ਨੋਟ ਡਾਊਨ ਕਰ ਲੈਣਾ ਹੈ। ਇਤਿਹਾਸ ਕੀ ਹੈ? ਲਿਖਤੀ ਘਟਨਾਵਾਂ ਦਾ ਲਿਖਤੀ ਵੇਰਵਾ ਹੈ। ਜੋ ਵਿਅਕਤੀ ਇਤਿਹਾਸ ਨੂੰ ਲਿਖਦੇ ਨੇ ਉਹਨਾਂ ਨੂੰ ਇਤਿਹਾਸਕਾਰ ਕਿਹਾ ਜਾਂਦਾ ਹੈ। ਇਤਿਹਾਸ ਹੈ ਜਿਹੜਾ ਉਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ, ਇਹ ਵੀ ਨੋਟ ਕਰ ਲੈਣਾ ਹੈ। ਯੂਨਾਨੀ ਭਾਸ਼ਾ ਦਾ ਸ਼ਬਦ ਹੈ, ਹਿਸਟੋਰੀਆ ਤੋਂ ਲਿਆ ਗਿਆ ਹੈਗਾ। ਇਸ ਦਾ ਅਰਥ ਹੈ ਭੂਤਕਾਲ ਦਾ ਗਿਆਨ, ਠੀਕ ਹੈ ਜੀ, ਜਿਹੜਾ ਬੀਤ ਚੁੱਕਿਆ ਉਹਦਾ ਗਿਆਨ। ਇਤਿਹਾਸਕਾਰ ਕੇਵਲ ਘਟਨਾਵਾਂ ਦੀ ਵਿਆਖਿਆ ਨਹੀਂ ਕਰਦੇ, ਸਗੋਂ ਇਹਨਾਂ ਦੇ ਵਾਪਰਨ ਦਾ ਕਾਰਨ ਵੀ ਦੱਸਦੇ ਨੇ। ਤਾਂ ਇਤਿਹਾਸ ਦੇ ਵਿੱਚ ਡੇਟ, ਈਵੈਂਟਸ ਵੀ ਆ ਜਾਂਦੇ ਨੇ, ਠੀਕ ਹੈ। ਇਸ ਤੋਂ ਇਲਾਵਾ ਕੌਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਵੀ ਆ ਜਾਂਦਾ ਹੈ। ਕੌਜ਼ ਐਂਡ ਇਫੈਕਟ ਦਾ ਅਧਿਐਨ, ਠੀਕ ਹੈ, ਕੀ ਕਾਰਨ ਸੀ, ਕੀ ਇਸ ਦੇ ਪ੍ਰਭਾਵ ਪਏ, ਇਸ ਦਾ ਅਧਿਐਨ ਹੈ ਜੋ ਕੌਣ ਕਰਦਾ ਹੈ? ਇਤਿਹਾਸ ਕਰਦਾ ਹੈ। ਇਹ ਤੁਸੀਂ ਪੁਆਇੰਟ ਨੋਟ ਕਰ ਲੈਣਾ ਗਾ। ਹੈਰੋਡੋਟਸ ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਜਿਹਾ ਨਹੀਂ ਹੈ, ਮਤਲਬ ਆਪਾਂ ਦੇਖ ਲੈਂਦੇ ਅੱਗੇ ਪੂਰਵ ਇਤਿਹਾਸ ਕਾਲ ਅਤੇ ਇਤਿਹਾਸ ਕਾਲ, ਠੀਕ ਹੈ। ਮਨੁੱਖੀ ਜੀਵਨ ਦੇ ਲੰਬੇ ਕਾਲ ਨੂੰ ਦੋ ਕਾਲਾਂ ਪੂਰਵ ਇਤਿਹਾਸ ਕਾਲ ਅਤੇ ਇਤਿਹਾਸ ਕਾਲ ਵਿੱਚ ਵੰਡਿਆ ਗਿਆ ਹੈ। ਪੂਰਵ ਇਤਿਹਾਸ ਕਾਲ, ਜਿਸ ਕਾਲ ਦਾ ਸਾਡੇ ਕੋਲ ਵੇਰਵਾ ਨਹੀਂ ਹੈ ਉਸ ਨੂੰ ਪੂਰਵ ਇਤਿਹਾਸ ਕਾਲ ਕਿਹਾ ਜਾਂਦਾ ਹੈ। ਵਿਦਿਆਰਥੀ ਨੋਟ ਕਰ ਲੈਣ, ਜਿਸ ਦਾ ਸਾਡੇ ਕੋਲ ਵੇਰਵਾ ਨਹੀਂ ਉਸ ਨੂੰ ਕੀ ਕਿਹਾ ਜਾਂਦਾ ਹੈ? ਪੂਰਵ ਇਤਿਹਾਸ ਕਾਲ। ਅਤੇ ਇਤਿਹਾਸ ਕਾਲ, ਜਿਸ ਕਾਲ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ, ਠੀਕ ਹੈ, ਤਾਂ ਕਿਹੜਾ ਕੈਲੰਡਰ ਗੱਲ ਕਰ ਰਹੇ ਹਾਂ? ਗ੍ਰੈਗੋਰੀਅਨ ਕੈਲੰਡਰ ਅਨੁਸਾਰ ਇਤਿਹਾਸ ਨੂੰ ਈਸਾ ਬਿਫੋਰ ਕ੍ਰਾਈਸਟ, ਠੀਕ ਹੈ। ਜੇ ਤੁਹਾਥੋਂ ਕੱਲ੍ਹ ਨੂੰ BC ਦੀ ਫੁੱਲ ਫਾਰਮ ਪੁੱਛ ਲਈ ਜਾਂਦੀ ਹੈ ਤਾਂ ਬਿਫੋਰ ਕ੍ਰਾਈਸਟ ਹੈ, ਇਸ ਦਾ ਜਿਹੜਾ ਫੁੱਲ ਫਾਰਮ ਕੀ ਹੋਊਗੀ? ਬਿਫੋਰ ਕ੍ਰਾਈਸਟ। ਜਿਹੜੇ ਨਵੇਂ ਵਿਦਿਆਰਥੀ ਨੇ, ਪੁਰਾਣਿਆਂ ਨੂੰ ਪਤਾ ਵੀ ਹੋਣਾ, ਠੀਕ ਹੈ। ਅਤੇ ਈਸਵੀ AD, ਜਿਹਨੂੰ ਈਡੋ ਕਹਿੰਦੇ ਐਨੋ ਡੋਮਿਨੀ, ਠੀਕ ਹੈ, ਐਨੋ ਡੋਮਿਨੀ ਵਿੱਚ ਵੰਡਿਆ ਜਾਂਦਾ ਹੈ। ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦੇ ਸਮੇਂ ਨੂੰ BC ਕਿਹਾ ਜਾਂਦਾ ਹੈ ਅਤੇ ਜਨਮ ਤੋਂ ਬਾਅਦ ਦੇ ਸਮੇਂ ਨੂੰ ਈਸਵੀ ਨਾਲ ਦਰਸਾਇਆ ਜਾਂਦਾ ਹੈ। ਕੁਐਸਚਨ ਵੀ ਆਇਆ ਹੋਇਆ ਗਾ, ਠੀਕ ਹੈ ਜੀ। ਤਾਂ ਈਸਾ ਦੇ ਜਨਮ ਤੋਂ ਪਹਿਲਾਂ ਵਾਲਾ ਈਸਾ ਪੂਰਵ ਯਾਨੀ ਕਿ BC, ਅਤੇ ਉਸ ਤੋਂ ਬਾਅਦ ਵਾਲਾ AD। ਇਤਿਹਾਸ ਦੇ ਲਿਖਤੀ ਵੇਰਵੇ ਤੋਂ ਮਿਤੀਆਂ, ਲੋਕਾਂ ਦੇ ਨਾਂ, ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ। ਕਿਹਨਾਂ ਬਾਰੇ? ਡੇਟਸ, ਈਵੈਂਟਸ, ਕੌਜ਼ ਐਂਡ ਇਫੈਕਟ, ਲੋਕਾਂ ਦੇ ਨਾਂ, ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ, ਠੀਕ ਹੈ। ਸਾਨੂੰ ਲਗਭਗ 5000 ਸਾਲਾਂ ਦਾ ਇਤਿਹਾਸ ਮਿਲਦਾ ਹੈ। ਸਾਨੂੰ ਲਗਭਗ 5000 ਸਾਲਾਂ ਦਾ ਇਤਿਹਾਸ ਮਿਲਦਾ ਹੈ। ਸ਼ੁਰੂ ਵਿੱਚ ਮਨੁੱਖ ਗੁਫਾਵਾਂ ਵਿੱਚ ਜਾਨਵਰਾਂ ਦੀ ਤਰ੍ਹਾਂ ਰਹਿੰਦਾ ਸੀ, ਜੋ ਕੁਝ ਵੀ ਕੁਦਰਤੀ ਤੌਰ 'ਤੇ ਰੁੱਖਾਂ ਤੋਂ ਪੈਦਾ ਹੁੰਦਾ ਸੀ ਜਾਂ ਜਾਨਵਰਾਂ ਨੂੰ ਮਾਰ ਕੇ ਕੱਚਾ ਮਾਸ ਖਾ ਲੈਂਦਾ ਸੀਗਾ, ਠੀਕ ਹੈ। ਜੋ ਕੁਝ ਵੀ ਉਹਨੂੰ ਰੁੱਖਾਂ ਤੋਂ ਮਿਲਦਾ ਸੀ ਜਾਂ ਰੁੱਖਾਂ ਤੋਂ ਉਹ ਖਾ ਲੈਂਦਾ ਸੀ ਜਾਂ ਜਾਨਵਰਾਂ ਨੂੰ ਮਾਰ ਕੇ ਖਾ ਲੈਂਦਾ ਸੀ। ਹੌਲੀ ਹੌਲੀ ਉਸਨੇ ਘਰ ਬਣਾਉਣਾ, ਖੇਤੀ ਕਰਕੇ ਅੰਨ ਪੈਦਾ ਕਰਨਾ, ਅੱਗ ਬਾਲਣਾ, ਭੋਜਨ ਪਕਾਉਣਾ, ਆਵਾਜਾਈ ਲਈ ਵਾਹਨ ਦਾ ਪ੍ਰਯੋਗ ਕਰਨਾ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਆਸ-ਪਾਸ ਵੇਖਦੇ ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ। ਮਨੁੱਖ ਨੂੰ ਵਰਤਮਾਨ ਅਵਸਥਾ ਤੱਕ ਪਹੁੰਚਣ ਲਈ ਲੱਖਾਂ ਸਾਲ ਲੱਗੇ। ਤਾਂ ਮੈਂ ਇੱਕ ਹੋਰ ਨੌਲੇਜ ਤੁਹਾਡੀ ਵਧਾ ਦਿੰਦਾ, 1 ਲੱਖ ਸਾਲ ਦੇ ਕਰੀਬ ਸਾਨੂੰ ਲੱਗਿਆ ਸੀ, ਠੀਕ ਹੈ, ਵਿਕਾਸ ਕਰਨ ਦੇ ਲਈ। ਤਾਂ ਪ੍ਰਾਚੀਨ ਕਾਲ ਵਿੱਚ ਮਨੁੱਖ ਕਿੱਥੇ ਰਹਿੰਦਾ ਸੀ, ਠੀਕ ਹੈ, ਇਹ ਸਵਾਲ ਹੈਗਾ। ਕਿੱਥੇ ਰਹਿੰਦਾ ਸੀ? ਗੁਫਾਵਾਂ ਦੇ ਵਿੱਚ ਰਹਿੰਦਾ ਸੀਗਾ। ਇਤਿਹਾਸ ਦੇ ਸਰੋਤ, ਦੂਜਾ ਪ੍ਰਸ਼ਨ, ਸ਼ਾਇਦ ਤੁਸੀਂ ਇਹ ਪੁੱਛੋਗੇ ਕਿ ਜਿਹੜੀਆਂ ਘਟਨਾਵਾਂ ਹਜ਼ਾਰਾਂ ਸਾਲ ਪਹਿਲਾਂ ਵਾਪਰੀਆਂ ਉਹਨਾਂ ਬਾਰੇ ਅਸੀਂ ਕਿਵੇਂ ਜਾਣਦੇ ਹਾਂ? ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਮਨੁੱਖ ਕਈ ਅਜਿਹੇ ਤੱਥ ਆਪਣੇ ਪਿੱਛੇ ਛੱਡ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਮਨੁੱਖ ਦੀ ਕਹਾਣੀ ਜਾਣਨ ਵਿੱਚ ਸਹਾਇਤਾ ਮਿਲਦੀ ਹੈ। ਇਹਨਾਂ ਨੂੰ ਇਤਿਹਾਸ ਦੇ ਸਰੋਤ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਸਾਡੇ ਆਲੇ ਦੁਆਲੇ ਦੀਆਂ ਵਸਤਾਂ, ਘਟਨਾਵਾਂ, ਮਹੱਤਵਪੂਰਨ ਲੋਕਾਂ, ਖੋਜਾਂ, ਵਿਗਿਆਨ ਦੇ ਬਾਰੇ ਅਨੇਕ ਪੁਸਤਕਾਂ ਲਿਖੀਆਂ ਜਾਂਦੀਆਂ ਹਨ। ਇਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਚੀਨ ਵਸਤਾਂ, ਖੰਡਰ ਆਦਿ ਪ੍ਰਾਚੀਨ ਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਤਾਂ ਇਹ ਵੀ ਹੈ, ਇਤਿਹਾਸਕ ਸਰੋਤ ਵੀ ਸਾਨੂੰ ਕੌਣ ਮਿਲਦੇ ਨੇ, ਠੀਕ ਹੈ। ਤਾਂ ਜਿਵੇਂ ਕਹਿ ਦਈਏ ਕੋਈ ਪੁਰਾਣੀਆਂ ਕਿਤਾਬਾਂ ਹੋ ਗਈਆਂ, ਠੀਕ ਹੈ, ਅਰਥ ਸ਼ਾਸਤਰ ਹੋ ਗਿਆ, ਜਾਂ ਇਸ ਤੋਂ ਪਹਿਲਾਂ ਮੈਕਸਨੀਸ ਦੀ ਜਿਹੜੇ ਜਿੰਨੀਆਂ ਵੀ ਕਿਤਾਬਾਂ ਆਪਾਂ ਅੱਗੇ ਪੜ੍ਹਾਂਗੇ, ਠੀਕ ਹੈ, ਵੇਦ ਸ਼ਾਸਤਰ ਹੋ ਗਏ, ਉਹਨਾਂ ਤੋਂ ਸਾਨੂੰ ਸਾਡੇ ਕਲਚਰ ਬਾਰੇ, ਸਾਡੇ ਇਤਿਹਾਸ ਬਾਰੇ ਜਾਣਨਾ ਮਿਲਦਾ ਹੈਗਾ, ਠੀਕ ਹੈ। ਡਰੋ ਨਾ, ਜੁੜੇ ਰਹਿਓ। ਇਹ ਨਾਲ ਦੀ ਨਾਲ ਮੈਂ NCERT ਵੀ ਪੜ੍ਹਾਊਂਗਾ। ਤੁਸੀਂ ਕਲਾਸ ਥੋੜ੍ਹੀ ਜਿਹੀ ਲੰਬੀ ਹੋ ਸਕਦੀ ਹੈ ਪਰ ਆਪਾਂ NCERT ਵੀ ਪੜ੍ਹਾਂਗੇ ਇਹਦੇ ਵਿੱਚ, ਠੀਕ ਹੈ। ਪੁਸਤਕਾਂ, ਸਾਹਿਤਕ ਸਰੋਤ, ਪ੍ਰਾਚੀਨ ਖੰਡਰ, ਵਸਤਾਂ ਆਦਿ ਕੀ ਨੇਗੇ? ਇਤਿਹਾਸਕ ਸਰੋਤ ਅਖਵਾਉਂਦੇ ਨੇਗੇ। ਸਾਹਿਤਕ ਸਰੋਤ, ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਜਿਵੇਂ ਵੇਦ, ਬ੍ਰਾਹਮਣ ਗ੍ਰੰਥ, ਆਰਣਿਕ, ਉਪਨਿਸ਼ਦ, ਸੂਤਰ,
ਮਹਾਂਕਾਵ ਰਾਮਾਇਣ ਤੇ ਮਹਾਂਭਾਰਤ ਅਤੇ ਪੁਰਾਣ ਨੂੰ ਸਾਹਿਤਕ ਸਰੋਤ ਮੰਨਿਆ ਜਾਂਦਾ ਹੈ। ਬੋਧੀਆਂ ਤੇ ਜੈਨੀਆਂ ਨੇ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਇਹ ਪੁਸਤਕਾਂ ਤੋਂ ਧਰਮ ਤੋਂ ਇਲਾਵਾ ਆਪਣੇ ਸਮਕਾਲੀਨ ਘਟਨਾਵਾਂ ਤੇ ਸਮਾਜ ਬਾਰੇ ਜਾਣਕਾਰੀ ਦਿੰਦੀਆਂ ਹਨ। ਜਿਸ ਸਮੇਂ ਉਹ ਲਿਖੀਆਂ ਗਈਆਂ ਸਨ, ਪ੍ਰਾਚੀਨ ਕਾਲ ਦੇ ਨਿਯਮਾਂ ਤੇ ਕਾਨੂੰਨਾਂ ਬਾਰੇ ਵੀ ਪੁਸਤਕਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਨੂੰ ਧਰਮ ਸ਼ਾਸਤਰ ਕਿਹਾ ਜਾਂਦਾ ਹੈ। ਠੀਕ ਹੈ, ਨਿਯਮਾਂ ਤੇ ਕਾਨੂੰਨਾਂ ਬਾਰੇ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਨੂੰ ਧਰਮ ਸ਼ਾਸਤਰ ਕਿਹਾ ਜਾਂਦਾ ਹੈ, ਜਿਵੇਂ ਮਨੂ ਸਿਮਰਤੀ। ਇਸੇ ਤਰ੍ਹਾਂ ਸ਼ਾਸਨ ਪ੍ਰਬੰਧ ਬਾਰੇ ਕੌਟਲਿਆ ਦੁਆਰਾ ਅਰਥ ਸ਼ਾਸਤਰ ਨਾਂ ਦੀ ਪੁਸਤਕ ਲਿਖੀ ਗਈ। ਇਸ ਤੋਂ ਇਲਾਵਾ ਭਾਸ਼ ਤੇ ਕਾਲੀਦਾਸ ਅਤੇ ਹੋਰ ਵਿਦਵਾਨਾਂ ਦੁਆਰਾ ਬਹੁਤ ਸਾਰੇ ਨਾਟਕ ਲਿਖੇ ਗਏ ਹਨ। ਕਹਾਣੀ ਲਿਖਣ ਦਾ ਆਰੰਭ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਇਆ ਸੀ। ਇਹ ਵੀ ਦੇਖੋ ਨੋਟ ਕਰਨ ਵਾਲੀ ਗੱਲ ਹੈ ਕਿ ਸਭ ਤੋਂ ਪਹਿਲਾਂ ਆਰੰਭ ਕਹਾਣੀ ਲਿਖਣ ਦਾ ਭਾਰਤ 'ਚ ਹੋਇਆ। ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ। ਆਰੀਆ ਭੱਟ ਤੇ ਵਰਾਮੀਰ ਵਰਗੇ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਪੁਸਤਕਾਂ ਲਿਖੀਆਂ। ਉਹਨਾਂ ਦੀਆਂ ਪੁਸਤਕਾਂ ਤੋਂ ਪਤਾ ਲੱਗਦਾ ਹੈ ਕਿ ਵਿਗਿਆਨ ਤੇ ਗਣਿਤ ਦੇ ਖੇਤਰ ਵਿੱਚ ਦੂਸਰੇ ਦੇਸ਼ਾਂ ਨਾਲੋਂ ਭਾਰਤੀ ਬਹੁਤ ਅੱਗੇ ਸੀ। ਠੀਕ ਹੈ, ਤਾਂ ਇੱਥੇ ਨੋਟ ਕਰਨ ਵਾਲੀ ਜਿਹੜੀ ਇਹਨਾਂ ਨੇ ਦਿੱਤੀ ਹੋਈ ਆ, ਮੁੱਢਲੇ ਵੈਦਿਕ ਕਾਲ ਵਿੱਚ ਰਾਮਾਇਣ ਤੇ ਮਹਾਂਭਾਰਤ 2 ਮਹੱਤਵਪੂਰਨ ਮਹਾਂਕਾਵਿ ਲਿਖੇ ਗਏ। ਮੰਨਿਆ ਜਾਂਦਾ ਹੈ ਕਿ ਰਾਮਾਇਣ ਰਿਸ਼ੀ ਵਾਲਮੀਕ ਦੁਆਰਾ ਲਿਖੀ ਗਈ ਸੀ ਤੇ ਇਸ ਵਿੱਚ 24,000 ਸ਼ਲੋਕ ਨੇ। ਨੋਟ ਕਰਨ ਵਾਲੀ ਗੱਲ ਹੈ ਕਿਉਂਕਿ ਪੰਜਾਬ ਬੋਰਡ ਦੇ ਵਿੱਚ ਹੀ ਪਾਇਆ ਜਾਊਗਾ ਪੇਪਰ। 24,000 ਸ਼ਲੋਕ ਨੇ। ਮਹਾਂਭਾਰਤ ਕਈ ਸਦੀਆਂ ਵਿੱਚ ਵੱਖ-ਵੱਖ ਲੇਖਕਾਂ ਦੁਆਰਾ ਵਿਸਤਾਰ ਵਿੱਚ ਲਿਖੀਆਂ ਗਈਆਂ ਰਚਨਾਵਾਂ ਦਾ ਸਮੂਹ ਹੈ, ਪਰੰਤੂ ਸਧਾਰਨ ਵਿਚਾਰ ਅਨੁਸਾਰ ਇਸ ਨੂੰ ਵਿਆਸ ਰਿਸ਼ੀ ਨੇ ਲਿਖਿਆ ਸੀ। ਇਸ ਵਿੱਚ 18 ਅਧਿਆਏ ਤਰਤੀਬਵਾਰ ਲਿਖਿਆ ਗਿਆ ਹੈ। ਇਸ ਵਿੱਚ 1 ਲੱਖ ਤੋਂ ਵੱਧ ਸ਼ਲੋਕ ਨੇ। ਰਾਮਾਇਣ ਦੇ ਵਿੱਚ ਕਿੰਨੇ ਸ਼ਲੋਕ ਨੇ? 24,000 ਸ਼ਲੋਕ ਤੇ 1 ਲੱਖ ਤੋਂ ਵੱਧ ਸ਼ਲੋਕ ਨੇਗੇ ਸਾਡੇ ਮਹਾਂਭਾਰਤ ਦੇ ਵਿੱਚ। ਇਹ 18 ਅਧਿਆਏ ਦੇ ਵਿੱਚ ਵੰਡਿਆ ਹੋਇਆ ਗਾ। ਠੀਕ ਹੈ ਜੀ। ਪੁਰਾਤੱਤਵ ਸਰੋਤ ਕੀ ਨੇ ਸਾਡੇ ਕੋਲੇ? ਪੁਰਾਤੱਤਵ ਸਰੋਤਾਂ ਵਿੱਚ ਪੁਰਾਤਨ ਇਮਾਰਤਾਂ, ਨੋਟ ਕਰਦੇ ਜਾਣਾ, ਪੁਰਾਤਨ ਇਮਾਰਤਾਂ, ਬਰਤਨ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਸਿੱਕੇ ਤੇ ਪ੍ਰਾਚੀਨ ਅਭਿਲੇਖ ਸ਼ਾਮਲ ਨੇਗੇ। ਠੀਕ ਹੈ ਜੀ। ਅਭਿਲੇਖ ਮਤਲਬ ਜਿਹੜੇ ਸ਼ਿਲਾਲੇਖ ਹੁੰਦੇ ਨੇਗੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈਗਾ। ਇਹਨਾਂ ਦੇ ਪਾਰਟ ਹੀ ਨੇ ਪ੍ਰਾਚੀਨ ਅਭਿਲੇਖ। ਠੀਕ ਹੈ। ਪੁਰਾਤੱਤਵ ਵਿਗਿਆਨੀਆਂ ਨੇ ਪ੍ਰਾਚੀਨ ਕਸਬੇ, ਨਗਰਾਂ ਦੇ ਸਥਾਨਾਂ 'ਤੇ ਖੁਦਾਈ ਕਰਕੇ ਇਹਨਾਂ ਵਸਤਾਂ ਨੂੰ ਲੱਭਿਆ। ਠੀਕ ਹੈ। ਆਰਕੀਓਲੋਜਿਸਟ ਕਹਿ ਦਿੰਦੇ ਆਪਾਂ ਇਹਨੂੰ, ਆਰਕੀਓਲੋਜਿਸਟ। ਇਹ ਵੀ ਨੋਟ ਕਰ ਲਿਓ, ਆਰਕੀਓਲੋਜਿਸਟ। ਠੀਕ ਹੈ, ਜਿਹੜੇ ਧਰਤੀ ਨੂੰ ਖੋਦ ਕੇ ਪੁਰਾਣੀਆਂ ਚੀਜ਼ਾਂ ਕੱਢਦੇ ਨੇ, ਆਰਕੀਓਲੋਜਿਸਟ ਹੁੰਦੇ ਨੇਗੇ ਉਹ। ਅਗਲੇ ਅਧਿਆਏ ਵਿੱਚ ਤੁਸੀਂ ਸਿੰਧ ਘਾਟੀ ਸੱਭਿਅਤਾ ਤੇ ਹੋਰ ਸੱਭਿਅਤਾ ਬਾਰੇ ਪੜ੍ਹੋਗੇ। ਉੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਸ਼ਹਿਰਾਂ ਦੀ ਖੋਜ ਕਿਸ ਤਰ੍ਹਾਂ ਹੋਈ ਅਤੇ ਇਹਨਾਂ ਤੋਂ ਪ੍ਰਾਚੀਨ ਇਤਿਹਾਸ ਬਾਰੇ ਕੀ ਜਾਣਕਾਰੀ ਮਿਲਦੀ ਹੈ। ਵੱਖ-ਵੱਖ ਕਾਲਾਂ ਤੇ ਬਰਤਨ ਇੱਕ ਦੂਜੇ ਤੋਂ ਵੱਖਰੇ ਹਨ। ਇਹਨਾਂ ਤੋਂ ਉਸ ਸਮੇਂ ਦੇ ਲੋਕਾਂ ਦੀ ਜੀਵਨ ਸ਼ੈਲੀ ਬਾਰੇ ਪਤਾ ਲੱਗਦਾ ਹੈ। ਪੁਰਾਤੱਤਵ ਵਿਗਿਆਨੀ, ਜੋ ਵਿਅਕਤੀ ਪੁਰਾਤੱਤਵ ਸਰੋਤਾਂ ਦਾ ਅਧਿਐਨ ਕਰਦਾ ਹੈ, ਉਸਨੂੰ ਪੁਰਾਤੱਤਵ ਵਿਗਿਆਨੀ ਕਿਹਾ ਜਾਂਦਾ ਹੈ। ਪ੍ਰਾਚੀਨ ਸਿੱਕੇ। ਪ੍ਰਾਚੀਨ ਕਾਲ ਵਿੱਚ ਕਲੀ, ਤਾਂਬੇ, ਕਾਂਸੇ, ਚਾਂਦੀ, ਸੋਨੇ ਆਦਿ ਦੇ ਸਿੱਕੇ ਬਣਾਏ ਜਾਂਦੇ ਸਨ। ਕਈ ਥਾਵਾਂ ਤੋਂ ਪੁਰਾਣੇ ਸਿੱਕੇ ਵੀ ਲੱਭੇ ਹਨ। ਉਹਨਾਂ ਉੱਤੇ ਰਾਜਿਆਂ ਦੇ ਚਿੱਤਰ, ਅਨੇਕ ਹੋਰ ਚੀਜ਼ਾਂ ਜਿਵੇਂ ਕਿ ਜਾਨਵਰ ਚਿੱਤਰ, ਧਾਰਮਿਕ ਚਿੰਨ੍ਹ, ਸਿੱਕਾ ਜਾਰੀ ਕਰਨ ਵਾਲੇ ਦਾ ਨਾਂ, ਕਦੀ-ਕਦੀ ਮਿਤੀਆਂ ਵੀ ਮਿਲਦੀਆਂ ਸਨ। ਹੁਣ ਇਸ ਨੂੰ ਅਵੇਸਲੇ ਨਾ ਲਿਓ ਵੀ ਹਾਂ ਇਹ ਕੋਈ ਸੀਰੀਅਸ ਗੱਲ ਤਾਂ ਹੈ ਨਹੀਂ ਵੀ ਨਹੀਂ ਜੀ। ਇਹਦਾ ਕੁਐਸਚਨ ਬਣ ਸਕਦਾ ਕਿ ਪੁਰਾਣੇ ਸਿੱਕਿਆਂ 'ਤੇ ਕੀ ਕੁਝ ਉਕਰਿਆ ਹੋਇਆ ਮਿਲਦਾ ਸੀ, ਤਾਂ ਉੱਥੇ ਜਾਨਵਰਾਂ ਦੇ ਚਿੱਤਰ। ਠੀਕ ਹੈ, ਤੁਹਾਨੂੰ ਕਿਉਂਕਿ ਅੱਜ ਕੱਲ੍ਹ ਪੇਪਰ ਦਾ ਪੈਟਰਨ ਬਦਲ ਰਿਹਾ ਹੈਗਾ, ਉਹ ਆਪਸ਼ਨ ਹੀ ਇਹੋ ਜਿਹੇ ਢੰਗ ਨਾਲ ਪਾਊਗਾ ਵੀ ਇਹਨਾਂ ਵਿੱਚੋਂ ਕੀ ਨਹੀਂ ਮਿਲਦਾ ਸੀ, ਤਾਂ ਇਹ ਤੁਹਾਨੂੰ ਧਿਆਨ ਰੱਖਣਾ ਪਊਗਾ। ਜਾਨਵਰਾਂ ਦੇ ਚਿੱਤਰ ਮਿਲਦੇ ਸੀਗੇ, ਧਾਰਮਿਕ ਚਿੰਨ੍ਹ ਮਿਲਦੇ ਸੀ, ਸਿੱਕਾ ਜਾਰੀ ਕਰਨ ਵਾਲੇ ਦਾ ਨਾਮ, ਕਦੀ-ਕਦੀ ਮਿਤੀਆਂ ਵੀ ਲਿਖੀਆਂ ਹੁੰਦੀਆਂ ਸੀ। ਇਹਨਾਂ ਤੋਂ ਸਾਨੂੰ ਪ੍ਰਾਚੀਨ ਰਾਜਿਆਂ, ਉਹਨਾਂ ਦੇ ਵੰਸ਼, ਪ੍ਰਾਚੀਨ ਕਾਲ ਦੇ ਧਾਰਮਿਕ ਵਿਸ਼ਵਾਸਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲਦੀ ਹੈ। ਤਾਂ ਇੱਕ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣਦੇ ਜਾਇਓ। ਸਿੱਕੇ ਮੁੱਖ ਤੌਰ 'ਤੇ ਚੀਜ਼ਾਂ ਖਰੀਦਾਂ ਵੇਚਣ ਲਈ ਵਰਤੇ ਜਾਂਦੇ ਸਨ, ਇਸ ਲਈ ਇਹ ਸਾਨੂੰ ਆਪਣੇ ਸਮਕਾਲੀਨ ਲੋਕਾਂ ਦੇ ਆਰਥਿਕ ਜੀਵਨ ਬਾਰੇ ਜਾਣਕਾਰੀ ਦਿੰਦੇ ਸਨ। ਇਹ ਸਿੱਕੇ ਕਿਹੜੀਆਂ ਧਾਤਾਂ ਦੇ ਬਣਾਏ ਜਾਂਦੇ ਸਨ ਜਾਂ ਉਹ ਕਿਹੜੀਆਂ ਧਾਤਾਂ ਤੋਂ ਜਾਣੂ ਸਨ, ਇਸ ਦਾ ਵੀ ਕੁਐਸਚਨ ਬਣ ਸਕਦਾ ਹੈਗਾ। ਠੀਕ ਹੈ ਜੀ। ਸਿੱਕਿਆਂ ਦੇ ਅਧਿਐਨ ਨੂੰ ਮੁਦਰਾ ਸ਼ਾਸਤਰ ਕਿਹਾ ਜਾਂਦਾ ਹੈਗਾ। ਸਿੱਕਿਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਮੁਦਰਾ ਸ਼ਾਸਤਰ। ਇੰਗਲਿਸ਼ ਦੇ ਵਿੱਚ ਅਸੀਂ ਇਸ ਨੂੰ ਨਿਊਮਿਸਮੈਟਿਕ ਕਹਿੰਦੇ ਹਾਂ। ਯਾਦ ਤੁਸੀਂ ਲਿਖਦੇ ਰਹਿਣਾ, ਨਿਊਮਿਸਮੈਟਿਕਸ। ਠੀਕ ਹੈ, ਦੁਬਾਰੇ ਲਿਖਦਾ ਮੈਂ, ਮਾफ़ ਕਰਨਾ। ਤਾਂ ਇਸ ਨੂੰ ਨਿਊਮਿਸਮੈਟਿਕ ਕਿਹਾ ਜਾਂਦਾ ਸੀ, ਇਹ ਨੋਟ ਕਰ ਲੈਣਾ ਤੁਸੀਂ ਨੇ। ਅੱਗੇ ਆਪਾਂ ਦੇਖਦੇ ਹਾਂ ਸਮਾਰਕ। ਸਮਾਰਕਾਂ ਦਾ ਅਧਿਐਨ ਕਰਨ ਨਾਲ ਮਹੱਤਵਪੂਰਨ ਇਤਿਹਾਸਕ ਜਾਣਕਾਰੀ ਮਿਲਦੀ ਹੈ। ਆਪਣੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਅਸੀਂ ਸਤੰਭ, ਕਿਲ੍ਹੇ, ਮਹੱਲ ਵੇਖਦੇ ਹਾਂ ਜੋ ਹਜ਼ਾਰਾਂ ਸਾਲ ਪਹਿਲਾਂ ਬਣੇ ਸਨ, ਜਿਨ੍ਹਾਂ ਨੂੰ ਸਮਾਰਕ ਕਿਹਾ ਜਾਂਦਾ ਹੈ। ਸਾਂਚੀ ਦਾ ਸਤੂਪ, ਅਸ਼ੋਕ ਦੇ ਸਤੰਭ ਅਤੇ ਨਾਲੰਦਾ ਯੂਨੀਵਰਸਿਟੀ ਦੇ ਖੰਡਰ ਆਦਿ ਪ੍ਰਾਚੀਨ ਭਾਰਤੀ ਸਮਾਰਕਾਂ ਵਿੱਚੋਂ ਇੱਕ ਨੇ। ਠੀਕ ਹੈ। ਤਾਂ ਸ਼ਿਲਾਲੇਖ।
ਪੱਥਰ ਦੇ ਸਤੰਭ, ਚਟਾਨਾਂ ਅਤੇ ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ, ਮੰਦਰਾਂ ਦੀਆਂ ਕੰਧਾਂ ਉੱਤੇ ਸ਼ਿਲਾਲੇਖ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ। ਸ਼ਿਲਾਲੇਖਾਂ ਦੇ ਅਧਿਐਨ ਨੂੰ ਪੁਰਾਲੇਖ ਵਿੱਦਿਆ ਕਿਹਾ ਜਾਂਦਾ ਹੈ। ਸ਼ਿਲਾਲੇਖ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ ਪੁਰਾਲੇਖ ਵਿੱਦਿਆ ਕਿਹਾ ਜਾਂਦਾ ਹੈ। ਇਹਨੂੰ ਅੰਗਰੇਜ਼ੀ ਦੱਸਦਾ ਮੈਂ। ਤਾਂ ਇਸ ਨੂੰ ਐਪੀਗ੍ਰਾਫੀ ਵੀ ਕਿਹਾ ਜਾਂਦਾ ਹੈ। ਐਪੀਗ੍ਰਾਫੀ, ਪੁਰਾਲੇਖ ਦੇ ਸ਼ਿਲਾਲੇਖਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਐਪੀਗ੍ਰਾਫੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਇੱਥੇ ਤੁਸੀਂ ਲਿਖ ਵੀ ਸਕਦੇ ਹੋ, ਐਪੀਗ੍ਰਾਫੀ ਲਿਖ ਲਿਓ। ਠੀਕ ਹੈ, ਐਪੀਗ੍ਰਾਫੀ। ਇਹ ਤੁਹਾਡੇ ਇੱਕ ਇੱਕ ਨੰਬਰ ਦੇ ਕੁਐਸਚਨ ਜਿਹੜੇ ਆਏ ਹੋਏ ਨੇਗੇ ਉਹ ਨੇਗੇ। ਮੈਂ ਜਿੱਦਾਂ ਮਤਲਬ ਹੋ ਸਕਦਾ ਹੈ ਵੀਡੀਓ ਲੰਬੀ ਨਾ ਹੋ ਜੇ, ਇਸ ਦੇ ਵਿੱਚ ਵੀ ਕਰਵਾਊਂਗਾ। ਠੀਕ ਹੈ, ਇਸ ਦੀ ਇੱਕ ਹੋਰ ਵੀਡੀਓ ਵੀ ਆਊਗੀ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਕਿ ਪੁਰਾਣੇ ਕੁਐਸਚਨ ਆਏ ਹੋਏ ਨੇ ਜਿਹੜੇ ਮੈਂ ਹੁਣ ਕਰਵਾ ਰਿਹਾ ਤੁਹਾਨੂੰ। ਠੀਕ ਹੈ, ਜਿਹੜੇ ਨੋਟ ਡਾਊਨ ਕਰਵਾਏ ਨੇ। ਇਹਨਾਂ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ ਜਿਸ ਸਮੇਂ ਇਹ ਲਿਖੇ ਗਏ ਸਨ। ਉਦਾਹਰਨ ਵਜੋਂ ਪ੍ਰਸਿੱਧ ਸਮਰਾਟ ਅਸ਼ੋਕ ਨੇ ਮਨੁੱਖਾਂ ਦੀ ਭਲਾਈ ਲਈ ਆਪਣੇ ਸੰਦੇਸ਼ ਚਟਾਨਾਂ ਅਤੇ ਵਿਸ਼ਾਲ ਪੱਥਰ ਤੇ ਸਤੰਭਾਂ 'ਤੇ ਖੁਦਵਾ ਕੇ ਪੂਰੇ ਦੇਸ਼ ਵਿੱਚ ਲਗਵਾ ਦਿੱਤਾ ਤਾਂ ਕਿ ਲੋਕ ਉਸ ਦੇ ਵਿਚਾਰਾਂ ਨੂੰ ਪੜ੍ਹ ਕੇ ਉਹਨਾਂ 'ਤੇ ਚੱਲ ਸਕਣ। ਸਮੁੰਦਰਗੁਪਤ ਅਤੇ ਸਕੰਦਗੁਪਤ ਵਰਗੇ ਅਨੇਕਾਂ ਰਾਜਿਆਂ ਨੇ ਆਪਣੀਆਂ ਪ੍ਰਾਪਤੀਆਂ ਨੂੰ ਪੱਥਰਾਂ ਦੇ ਸਤੰਭਾਂ ਉੱਤੇ ਖੁਦਵਾਇਆ। ਪ੍ਰਾਚੀਨ ਕਾਲ ਵਿੱਚ ਤਾਮਰ ਪੱਤਰਾਂ ਦੀ ਵਰਤੋਂ ਭੂਮੀ ਨੂੰ ਖਰੀਦਣ, ਵੇਚਣ ਅਤੇ ਭੂਮੀਦਾਨ ਕਰਨ ਲਈ ਕੀਤੀ ਜਾਂਦੀ ਸੀ। ਇਹ ਸਰਕਾਰੀ ਦਸਤਾਵੇਜ਼ ਸਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਭੂਮੀ ਦੀ ਖਰੀਦ ਅਤੇ ਵੇਚ ਕਿਸ ਤਰ੍ਹਾਂ ਕੀਤੀ ਜਾਂਦੀ ਸੀ। ਇਹਨਾਂ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਇਸ ਵਿੱਚ ਸਰਕਾਰ ਦਾ ਕੀ ਯੋਗਦਾਨ ਸੀ। ਠੀਕ ਹੈ, ਤਾਂ ਕਿਹਦੇ ਰਾਹੀਂ ਪਤਾ ਲੱਗਦਾ ਹੈਗਾ? ਤਾਮਰ ਪੱਤਰਾਂ ਰਾਹੀਂ ਸਾਨੂੰ ਪਤਾ ਲੱਗਦਾ ਹੈ ਭੂਮੀ ਦੇ ਖਰੀਦਣ, ਵੇਚਣ ਅਤੇ ਦਾਨ ਕਰਨ ਬਾਰੇ। ਠੀਕ ਹੈ ਜੀ। ਤਾਂ ਇਹ ਕੁਛ ਯਾਦ ਰੱਖਣ ਵਾਲੀ ਯੋਗ ਗੱਲਾਂ ਨੇਗੀਆਂ। ਠੀਕ ਹੈ, ਇਤਿਹਾਸ ਕੀ ਹੈ? ਅਤੀਤ ਦਾ ਅਧਿਐਨ ਹੈ। ਇਤਿਹਾਸ ਸਾਨੂੰ ਦੱਸਦਾ ਹੈ ਕਿ ਸ਼ੁਰੂ ਵਿੱਚ ਮਨੁੱਖ ਕਿਵੇਂ ਰਹਿੰਦਾ ਸੀ, ਸਮੇਂ ਦੇ ਨਾਲ ਨਾਲ ਸੱਭਿਅਤਾ ਦਾ ਵਿਕਾਸ ਕਿਵੇਂ ਹੋਇਆ, ਕਿਸ ਨਾਲ ਸਾਡੇ ਕੋਲ ਲਿਖਤੀ ਵੇਰਵਾ ਨਹੀਂ ਹੈ। ਜਿਸ ਕਾਲ ਦਾ ਸਾਡੇ ਕੋਲ ਲਿਖਤੀ ਵੇਰਵਾ ਨਹੀਂ ਉਹਨੂੰ ਪੂਰਵ ਇਤਿਹਾਸ ਕਾਲ ਕਿਹਾ ਜਾਂਦਾ ਹੈ, ਜਿਹਦਾ ਹੈਗਾ ਉਸ ਨੂੰ ਇਤਿਹਾਸ ਕਾਲ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਇਹ ਸਾਰੀਆਂ ਗੱਲਾਂ ਤੁਸੀਂ ਨੋਟ ਕਰ ਲੈਣੀਆਂ। ਅਤੇ ਹੁਣ ਜਿਹੜੀ ਗੱਲ ਮੈਂ NCERT ਦੇ ਵਿੱਚੋਂ ਬੈਨਵੇਰ ਐਂਡ ਵਾਈ ਦੇ ਕਰਕੇ ਦੱਸਣ ਜਾ ਰਿਹਾ ਕਿ ਜਿਹੜਾ ਸਾਨੂੰ ਅੰਗਰੇਜ਼ਾਂ ਨੇ ਇਤਿਹਾਸ ਵੰਡ ਕੇ ਦਿੱਤਾ ਸੀ ਉਹ ਹੈਗਾ ਸੀ ਐਨੀਸ਼ੈਂਟ ਹਿਸਟਰੀ। ਠੀਕ ਹੈ, ਐਨਸ਼ੀਐਂਟ ਹਿਸਟਰੀ, ਮੀਡੀਵਲ ਹਿਸਟਰੀ। ਠੀਕ ਹੈ, ਮੀਡੀਵਲ ਹਿਸਟਰੀ ਅਤੇ ਸਾਡੀ ਮਾਡਰਨ ਹਿਸਟਰੀ। ਠੀਕ ਹੈ, ਮਾਡਰਨ ਹਿਸਟਰੀ ਜਿਹਨੂੰ ਤੁਸੀਂ ਆਧੁਨਿਕ ਕਾਲ ਦਾ ਇਤਿਹਾਸ ਕਹਿੰਦੇ ਹੋ। ਇਹਨੂੰ ਵੰਡਣ ਵਾਲਾ ਜਿਹੜਾ ਅੰਗਰੇਜ਼ ਸੀਗਾ ਉਹਦਾ ਨਾਮ ਸੀ ਜੇਮਜ਼ ਮਿਲ। ਠੀਕ ਹੈ, ਜੇਮਜ਼ ਮਿਲ। ਤਾਂ ਜੇਮਜ਼ ਮਿਲ ਨੇ ਇਹ ਜਿਹੜਾ ਹੈਗਾ ਸੀਗਾ ਐਨੀਸ਼ੈਂਟ, ਮੀਡੀਵਲ ਅਤੇ ਜਿਹੜਾ ਹੈਗਾ ਮਾਡਰਨ ਹਿਸਟਰੀ ਦੇ ਵਿੱਚ ਵੰਡਿਆ ਸੀਗਾ ਇਸ ਨੂੰ। ਬਟ ਇਸ ਨੂੰ ਅਸੀਂ ਮਾਡਰਨ ਹਿਸਟਰੀ ਕੱਟਤਾ ਸੀ। ਇਸ ਦਾ ਨਾਮ ਸੀਗਾ ਜਿਹੜਾ ਮਾਡਰਨ ਹਿਸਟਰੀ ਤੋਂ ਬਿਨਾਂ ਇਸ ਦਾ ਨਾਮ ਰੱਖਤਾ ਸੀਗਾ ਕਲੋਨੀਅਲ ਹਿਸਟਰੀ। ਠੀਕ ਹੈ, ਕਲੋਨੀਅਲ ਹਿਸਟਰੀ। ਹੁਣ ਕਲੋਨੀਅਲ ਕੀ ਹੁੰਦਾ ਹੈਗਾ ਵੀ ਜਦੋਂ ਬ੍ਰਿਟਿਸ਼ਾਂ ਨੇ ਕਈ ਥਾਵਾਂ 'ਤੇ ਆਪਣਾ ਸਾਮਰਾਜ ਕਾਇਮ ਕਰ ਲਿਆ ਸੀਗਾ, ਕਿਸੇ ਦੂਜੀ ਜਗ੍ਹਾ 'ਤੇ ਕਬਜ਼ਾ ਕਰ ਲਿਆ ਸੀਗਾ, ਜਾਂ ਕੋਈ ਵੀ ਬਾਹਰੋਂ ਵਿਦੇਸ਼ੀ ਕਿਸੇ ਦੂਜੇ ਦੇਸ਼ 'ਤੇ ਕਬਜ਼ਾ ਕਰ ਲਿਆ, ਉਹਨੂੰ ਕਲੋਨੀਅਲ ਪੀਰੀਅਡ ਕਹਿ ਦਿੰਦੇ ਹੈਗੇ। ਠੀਕ ਹੈ ਆਪਾਂ, ਕਿਉਂਕਿ ਇਸ ਟਾਈਮ 'ਤੇ ਅੰਗਰੇਜ਼ਾਂ ਨੇ ਆਪਣੇ 'ਤੇ ਕਬਜ਼ਾ ਕੀਤਾ ਹੋਇਆ ਸੀ। ਇਸ ਨੂੰ ਕਲੋਨੀਅਲ ਪੀਰੀਅਡ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਇਤਿਹਾਸ ਨੂੰ ਕਈ ਵਾਰ ਮੁਗਲ ਕਾਲ ਕਹਿ ਦਿੱਤਾ ਜਾਂਦਾ ਹੈਗਾ, ਹੈ ਨਾ। ਤਾਂ ਜਦੋਂ ਅਸੀਂ ਮੁਗਲ ਕਾਲ ਕਹਿ ਕੇ ਇਤਿਹਾਸ ਨੂੰ ਸੰਬੋਧਨ ਕਰਦੇ ਹਾਂ ਤਾਂ ਉਸ ਟਾਈਮ 'ਤੇ ਇਕੱਲੇ ਮੁਗਲ ਰਾਜੇ ਹੀ ਰਾਜ ਨਹੀਂ ਸੀ ਕਰ ਰਹੇ। ਹਾਲਾਂਕਿ ਚਲੋ ਬਾਦਸ਼ਾਹ ਉਸ ਟਾਈਮ 'ਤੇ ਮੁਗਲ ਰਹੇ ਨੇਗੇ, ਪਰ ਇੱਥੇ ਹੋਰ ਕਮਿਊਨਿਟੀਜ਼ ਵੀ ਵੱਸਦੀਆਂ ਸੀ। ਇਸ ਕਰਕੇ ਇਸ ਮੁਗਲ ਕਾਲ ਦਾ ਨਾਮ ਮੀਡੀਵਲ ਪੀਰੀਅਡ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਮੁਗਲ ਪੀਰੀਅਡ ਨੂੰ ਮੀਡੀਵਲ ਪੀਰੀਅਡ 'ਤੇ ਵੱਧ ਮਾਨਤਾ ਦਿੱਤੀ ਜਾਂਦੀ ਹੈਗੀ। ਠੀਕ ਹੈ ਜੀ। ਤਾਂ ਜਿਹੜਾ ਮਾਡਰਨ ਪੀਰੀਅਡ ਨੂੰ ਕਲੋਨੀਅਲ ਪੀਰੀਅਡ ਕਿਹਾ ਜਾਂਦਾ ਹੈ, ਕਿਹਨੇ ਵੰਡਿਆ ਸੀ? ਜੇਮਜ਼ ਮਿਲ ਨੇ ਵੰਡਿਆ ਸੀਗਾ। ਤਾਂ ਇਸ ਤੋਂ ਇਲਾਵਾ ਜਿਹੜਾ ਤੁਸੀਂ ਇਹਦੇ ਵਿੱਚ ਹੋਰ ਸਟੱਡੀ ਕਰ ਸਕਦੇ ਹੋਗੇ, ਤੁਸੀਂ ਅਸ਼ੋਕ ਦੇ 2 ਪ੍ਰਸਿੱਧ ਉਹ ਨੇਗੇ ਸ਼ਿਲਾਲੇਖ ਨੇਗੇ, ਉਹਨਾਂ ਦੇ ਬਾਰੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਸਰਚ ਕਰਕੇ ਦੱਸਣਾ ਗਾ। ਉਹ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਨੇ। ਠੀਕ ਹੈ, 2 ਭਾਸ਼ਾਵਾਂ ਹੋਰ ਨੇਗੀਆਂ ਅਤੇ ਉਹ ਕਿਹੜੀ ਭਾਸ਼ਾ ਦੇ ਵਿੱਚ ਉਹਨਾਂ ਨੇ ਇਹ ਜਿਹੜੇ ਹੈਗੇ ਨੇਗੇ ਲਿਖੇ ਸੀਗੇ, ਉਹਦੇ ਬਾਰੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਗਾ। ਠੀਕ ਹੈ ਜੀ। ਤਾਂ ਇਹ ਵੀਡੀਓ ਅੱਜ ਦੇ ਲਈ ਇੰਨੀ ਕੀ ਵੀਡੀਓ ਵੱਡੀ ਹੋ ਗਈ ਸੀ, ਇਸ ਕਰਕੇ ਮੈਂ ਇੱਥੇ ਇਹਨੂੰ ਰੋਕ ਰਿਹਾ ਗਾ। ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਜੀ ਆਪਾਂ। ਤਾਂ ਵਧੀਆ ਲੱਗੀ ਵੀਡੀਓ ਤਾਂ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰਨਾ। ਧੰਨਵਾਦ ਜੀ।